बहुत ही प्यारे बच्चों, ਅੱਜ ਆਪਾਂ ਭਾਰਤੀ ਸੰਵਿਧਾਨ ਬਾਰੇ ਪੜਾਂਗੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਦੇ ਵਿੱਚ ਰਹਿੰਦਾ ਉਹ, ਕਿਉਂਕਿ ਉਹਦੀਆਂ ਬੜੀਆਂ ਲੋੜਾਂ ਹੈ। ਜਿਹੜੀਆਂ ਲੋੜਾਂ ਉਹਨਾਂ ਦੀ ਪੂਰਤੀ ਸਮਾਜ ਦੇ ਵਿੱਚ ਹੀ ਹੋ ਸਕਦੀ ਹੈ। ਤੇ ਜਦੋਂ ਕੋਈ ਮਨੁੱਖ ਸਮਾਜ 'ਚ ਰਹਿੰਦਾ ਹੈ ਤਾਂ ਉਹਨੂੰ ਸਮਾਜ ਦੇ ਕਈ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਚਾਹੇ ਅਸੀਂ ਘਰੇ ਰਹਿ ਰਹੇ ਹਾਂ, ਚਾਹੇ ਆਪਾਂ ਸਕੂਲ ਜਾ ਰਹੇ ਹਾਂ, ਚਾਹੇ ਆਪਾਂ ਬੱਸ ਸਟੈਂਡ ਤੇ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਉੱਥੇ ਸਾਨੂੰ ਕੁਝ ਨਾ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਸੜਕ ਤੇ ਵੀ ਚੱਲਦੇ ਹਾਂ ਤਾਂ ਆਪਾਂ ਖੱਬੇ ਹੱਥ ਚੱਲਦੇ ਹਾਂ, ਇਹ ਵੀ ਤਾਂ ਇੱਕ ਨਿਯਮ ਹੈ। ਪਰਿਵਾਰ ਹੈ ਜਿਹੜਾ, ਉਹ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਨੂੰ ਚਲਾਉਣ ਦੇ ਲਈ ਬੜੇ ਨਿਯਮ ਤੈਅ ਹੁੰਦੇ ਹੈ। ਪਰਿਵਾਰ ਦਾ ਵੱਡਾ ਮੈਂਬਰ ਪਰਿਵਾਰ ਦਾ ਮੁਖੀ ਹੁੰਦਾ ਹੈ। ਤੁਸੀਂ ਸਾਰੇ ਜਾਣਦੇ ਹੈ, ਆਪਣੇ ਘਰੇ ਧਿਆਨ ਮਾਰ ਕੇ ਦੇਖੋ। ਜਿਹੜਾ ਮੁਖੀ ਹੈ ਉਹ ਪਰਿਵਾਰ ਦੇ ਮੈਂਬਰਾਂ ਵਿੱਚ ਕੰਮ ਦੀ ਵੰਡ ਕਰਦਾ ਹੈ ਤੇ ਸਾਰੇ ਪਰਿਵਾਰ ਦੇ ਮੁਖੀ ਦਾ ਕਹਿਣਾ ਮੰਨਦੇ ਹੈ। ਸਕੂਲ ਆਪਣਾ, ਉੱਥੇ ਵੀ ਇੱਕ ਟਾਈਮ ਟੇਬਲ ਬਣਿਆ ਹੁੰਦਾ ਹੈ। ਪਹਿਲਾ ਪੀਰੀਅਡ ਲੱਗਣਾ ਹੈ, ਦੂਜਾ ਲੱਗਣਾ ਹੈ, ਅੱਧੇ ਸਮੇਂ ਤੇ ਅੱਧੀ ਛੁੱਟੀ ਹੋਣੀ ਹੈ, ਬੱਚਿਆਂ ਨੇ ਖਾਣਾ ਖਾਣਾ ਹੈ, ਸਾਰੀ ਛੁੱਟੀ ਦਾ ਟਾਈਮ ਨਿਸ਼ਚਿਤ ਹੈ, ਪੀਰੀਅਡਾਂ ਦੀ ਵੰਡ ਹੈ। ਦੇਖੋ ਲਾਈਨਵਾਰ, ਇੱਕ ਅਧਿਆਪਕ ਤੋਂ ਬਾਅਦ ਦੂਜਾ ਅਧਿਆਪਕ, ਦੂਜੇ ਤੋਂ ਬਾਅਦ ਤੀਜਾ ਅਧਿਆਪਕ, ਇਸ ਤਰ੍ਹਾਂ ਆਉਂਦੇ ਰਹਿੰਦੇ ਹੈ। ਘੰਟੀ ਵੱਜਦੀ ਹੈ, ਪੀਰੀਅਡ ਬਦਲ ਜਾਂਦਾ ਹੈ, ਸਭ ਕੁਝ ਨਿਯਮਾਂ ਮੁਤਾਬਕ ਚੱਲਦਾ ਹੈ। ਤੁਸੀਂ ਵੀ ਟਾਈਮ ਨਾਲ ਸਕੂਲ ਜਾਂਦੇ ਹੋ, ਟਾਈਮ ਨਾਲ ਸਕੂਲ ਤੋਂ ਵਾਪਸ ਆਉਣੇ ਹੋ, ਆ ਕੇ ਘਰ ਦਾ ਜਿਹੜਾ ਘਰੇ ਆਪਾਂ ਨੂੰ ਕਰਨ ਦੇ ਲਈ ਕੰਮ ਸਕੂਲੋਂ ਦਿੱਤਾ ਹੁੰਦਾ ਹੈ ਉਹ ਕਰਦੇ ਹੋ। ਇੱਕ ਨਿਯਮ ਨੇ ਇਹ, ਜਿਨ੍ਹਾਂ ਦੇ ਮੁਤਾਬਕ ਆਪਣੀ ਸਾਰੀ ਜ਼ਿੰਦਗੀ ਚੱਲ ਰਹੀ ਹੈ। ਹੋਰ ਵੀ ਸਮੁਦਾਇ ਨੇ ਜਿੱਥੇ ਨਿਯਮਾਂ ਦੇ ਵਿੱਚ ਹੀ ਰਹਿ ਕੇ ਕੰਮ ਹੁੰਦਾ ਹੈ। ਇਹ ਨਿਯਮ ਕਿਸੇ ਵੀ ਸੰਸਥਾ ਨੂੰ ਚਲਾਉਣ ਦੇ ਲਈ ਬੜੇ ਜ਼ਰੂਰੀ ਨੇ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਨਿਯਮਾਂ ਦਾ ਉਹ ਸਮੂਹ, ਨਿਯਮਾਂ ਦਾ ਉਹ ਇਕੱਠ, ਜਿਹਦੇ ਆਧਾਰ ਦੇ ਉੱਤੇ ਕਿਸੇ ਰਾਜ ਦਾ ਰਾਜ ਪ੍ਰਬੰਧ ਚਲਾਇਆ ਜਾਂਦਾ ਹੈ, ਉਹਨੂੰ ਸੰਵਿਧਾਨ ਕਹਿੰਦੇ ਹੈ। ਕੀ ਕਹਿੰਦੇ ਬੇਟਾ ਉਹਨੂੰ? ਸੰਵਿਧਾਨ। ਹਰੇਕ ਦੇਸ਼ ਦਾ ਆਪਣਾ ਆਪਣਾ ਸੰਵਿਧਾਨ ਹੈ। ਸੰਵਿਧਾਨ ਨਿਯਮਾਂ ਦਾ ਸਮੂਹ ਹੈ। ਉਹ ਨਿਯਮਾਂ ਦੀ ਪਾਲਣਾ ਉਸ ਦੇਸ਼ ਦੇ ਸਾਰੇ ਨਾਗਰਿਕ ਕਰਦੇ ਹੈ। ਇਸ ਕਰਕੇ ਹਰੇਕ ਦੇਸ਼ ਦਾ ਅਲੱਗ-ਅਲੱਗ ਸੰਵਿਧਾਨ ਹੈ। ਉਹ ਉੱਥੋਂ ਦੀਆਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਹਾਲਤਾਂ ਦੇ ਮੁਤਾਬਕ ਨਿਯਮ ਹੈ ਜਿਹੜੇ ਉਹ ਬਣਦੇ ਨੇ। ਵੂਲਜੇ ਨੇ ਇਹਦੀ ਪਰਿਭਾਸ਼ਾ ਦਿੱਤੀ ਹੈ ਕਿ ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਲੋਕਾਂ ਦੇ ਅਧਿਕਾਰਾਂ ਅਤੇ ਇਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਇਹਦੇ ਬਾਰੇ ਇੱਕ ਪਰਿਭਾਸ਼ਾ ਵਿਦਵਾਨ ਕੁੱਲੇ ਨੇ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਸੰਵਿਧਾਨ ਆ ਜਿਹੜਾ, ਉਹ ਨਿਯਮਾਂ ਦੇ ਅਤੇ ਪਰੰਪਰਾਵਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਪ੍ਰਭੂ ਸੱਤਾ ਦੀਆਂ ਸ਼ਕਤੀਆਂ ਦੀ ਸੁਭਾਵਿਕ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਡਾਇਸੀ ਨੇ ਦੀ ਪਰਿਭਾਸ਼ਾ ਹੋਰ ਢੰਗ ਨਾਲ ਦਿੱਤੀ ਹੈ। ਉਹਨਾਂ ਨੇ ਲਿਖਿਆ, ਉਹਨਾਂ ਸਾਰੇ ਨਿਯਮਾਂ ਦੇ ਸਮੂਹ ਨੂੰ ਜਿਨ੍ਹਾਂ ਦੁਆਰਾ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਰਾਜ ਸੱਤਾ ਦੀ ਵੰਡ ਅਤੇ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਰਾਜ ਦਾ ਸੰਵਿਧਾਨ ਕਿਹਾ ਜਾਂਦਾ ਹੈ। ਤੁਸੀਂ ਬੇਟਾ ਕੀ ਯਾਦ ਰੱਖਣਾ ਹੈ? ਤੁਹਾਨੂੰ ਇੱਕ ਲਾਈਨ ਦੇ ਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਨਿਯਮਾਂ ਦੇ ਉਸ ਸੰਗ੍ਰਹਿ ਨੂੰ ਕੀ ਕਹਿੰਦੇ ਹੈ ਜਿਨ੍ਹਾਂ ਦੇ ਆਧਾਰ ਤੇ ਕਿਸੇ ਦੇਸ਼ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਤਾਂ ਤੁਸੀਂ ਕੀ ਉੱਤਰ ਦੇਣਾ ਹੈ? ਸੰਵਿਧਾਨ। ਸੰਵਿਧਾਨ ਅਨੁਸਾਰ ਸ਼ਾਸਨ ਚਲਾਇਆ ਜਾਂਦਾ।
ਅਸੀਂ ਸਾਡਾ ਦੇਸ਼ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ। ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਲੰਬੀ ਗੁਲਾਮੀ ਤੋਂ ਬਾਅਦ ਅਸੀਂ 15 ਅਗਸਤ 1947 ਨੂੰ ਆਜ਼ਾਦ ਹੋਏ ਹਾਂ। ਪਰ ਜਦੋਂ ਆਜ਼ਾਦ ਹੋਏ ਤਾਂ ਸਾਨੂੰ ਦੇਸ਼ ਨੂੰ ਚਲਾਉਣ ਦੇ ਲਈ ਸੰਵਿਧਾਨ ਦੀ ਲੋੜ ਸੀ। ਪਰ ਸੰਵਿਧਾਨ ਦਾ ਨਿਰਮਾਣ ਕਰਨ ਦੀ ਜਿਹੜੀ ਪ੍ਰਕਿਰਿਆ ਸੀ, ਸੰਵਿਧਾਨ ਬਣਾਉਣ ਦੀ ਜਿਹੜੀ ਗੱਲ ਸੀਗੀ ਜਾਂ ਇਸ ਤੇ ਕੀਤਾ ਜਾਣ ਵਾਲਾ ਕੰਮ ਸੀ, ਉਹ ਸਾਡੇ ਆਜ਼ਾਦੀ ਤੋਂ ਪਹਿਲਾਂ ਮਤਲਬ 15 ਅਗਸਤ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ। ਸਾਡਾ ਸੰਵਿਧਾਨ ਬਣਨਾ ਸ਼ੁਰੂ ਹੋ ਗਿਆ ਸੀ। ਅਸੀਂ ਸਾਡੇ ਦੇਸ਼ ਦੇ ਵਿੱਚ ਫੈਸਲਾ ਕੀਤਾ ਸੀ ਕਿ ਅਸੀਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਅਪਣਾਵਾਂਗੇ। ਲੋਕਤੰਤਰੀ ਮਤਲਬ ਲੋਕਾਂ ਦਾ ਸ਼ਾਸਨ, ਕਿਉਂਕਿ ਅਸੀਂ ਬੜਾ ਲੰਬਾ ਸਮਾਂ ਗੁਲਾਮੀ ਝੱਲੀ ਹੈ ਤੇ ਸਾਨੂੰ ਇਸ ਗੱਲ ਦਾ ਪਤਾ ਸੀ, ਸਾਡੇ ਨੇਤਾਵਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਲੋਕਾਂ ਦਾ ਰਾਜ ਕਾਇਮ ਕਰਕੇ ਹੀ ਅਸੀਂ ਵਿਕਸਿਤ ਹੋ ਸਕਦੇ ਹਾਂ ਤੇ ਲੋਕਾਂ ਦੀ ਰਹਿ ਅਨੁਸਾਰ ਹੀ ਰਾਜ ਚੱਲਣਾ ਚਾਹੀਦਾ ਹੈ, ਜਿਹੜਾ ਲੋਕਾਂ ਦਾ ਲੋਕਾਂ ਲਈ ਹੋਵੇ ਤੇ ਲੋਕਾਂ ਦੁਆਰਾ ਚਲਾਇਆ ਜਾਂਦਾ ਹੋਵੇ। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੇ ਲਈ ਇੱਕ ਸੰਵਿਧਾਨ ਸਭਾ ਬਣੀ ਸੀਗੀ। ਉਹਦੀ ਚੋਣ ਹੋਈ, ਪਹਿਲਾਂ ਤਾਂ ਚੋਣ ਹੋਈ ਅਪਰਤੱਖ ਢੰਗ ਨਾਲ। ਸੰਵਿਧਾਨ ਬਣਾਉਣ ਦੇ ਲਈ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ। ਇਹ ਯਾਦ ਰੱਖਣਾ ਹੈ। ਪੁੱਛ ਸਕਦੇ ਆ ਪ੍ਰਸ਼ਨ ਕਿ ਸੰਵਿਧਾਨ ਬਣਾਉਣ ਦੇ ਲਈ ਕਿੰਨਾ ਸਮਾਂ ਲੱਗਿਆ। ਤੁਸੀਂ ਕੀ ਕਹਿਣਾ ਹੈ? 2 ਸਾਲ 11 ਮਹੀਨੇ 18 ਦਿਨ। ਹੁਣ ਗੱਲ ਇਹ ਹੈ, ਜਿਹੜੀ ਭਾਰਤੀ ਸੰਵਿਧਾਨ ਸਭਾ ਬਣੀ ਸੰਵਿਧਾਨ ਬਣਾਉਣ ਦੇ ਲਈ, ਇਹਦੀ ਸ਼ੁਰੂਆਤ ਕਿਵੇਂ ਹੋਈ? ਸੰਵਿਧਾਨ ਬਣਾਉਣ ਦੇ ਲਈ ਜਿਹੜੀ ਸੰਵਿਧਾਨ ਸਭਾ ਦੀ ਮੰਗ ਆ, ਉਸ ਸਮੇਂ ਇੱਕੋ ਹੀ ਪਾਰਟੀ ਸੀਗੀ, ਆਪਣੀ ਕਾਂਗਰਸ ਪਾਰਟੀ, ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ। ਉਹਨਾਂ ਦੁਆਰਾ ਸਾਲ 1935 ਦੇ ਵਿੱਚ ਅੰਗਰੇਜ਼ਾਂ ਤੋਂ ਕੀਤੀ ਗਈ ਸੀ ਕਿ ਸਾਡੀ ਸੰਵਿਧਾਨ ਸਭਾ ਬਣਾਈ ਜਾਵੇ, ਜਿਹੜੀ ਸੰਵਿਧਾਨ ਬਣਾਵੇ ਸਾਡਾ। ਅੰਗਰੇਜ਼ਾਂ ਨੇ ਸਾਡੀ ਇਸ ਮੰਗ ਨੂੰ 1940 ਦੇ ਵਿੱਚ ਸਵੀਕਾਰ ਕਰ ਲਿਆ ਤੇ ਸੰਵਿਧਾਨ ਸਭਾ ਦੀ ਚੋਣ 19 ਨਵੰਬਰ 1946 ਈਸਵੀ ਦੇ ਵਿੱਚ ਅਪਰਤੱਖ ਢੰਗ ਨਾਲ ਹੋਈ। ਕਿਵੇਂ ਹੋਈ? ਜਿਹੜੀਆਂ ਪ੍ਰਾਂਤਾਂ ਦੀਆਂ ਵਿਧਾਨ ਪਾਲਿਕਾਵਾਂ ਸੀਗੀਆਂ, ਉਹਨਾਂ ਦੇ ਮੈਂਬਰਾਂ ਦੁਆਰਾ ਕੀਤੀ ਗਈ। ਹੁਣ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਚੁਣੇ ਗਏ? ਕਿੰਨੇ ਚੁਣੇ ਗਏ? 399 ਮੈਂਬਰ, 389 ਮੈਂਬਰਸ। ਇਹਦੇ ਵਿੱਚੋਂ 292 ਮੈਂਬਰ ਪ੍ਰਾਂਤਾਂ ਦੇ ਵਿੱਚੋਂ ਜਿਹੜੀਆਂ ਵਿਧਾਨ ਪਾਲਿਕਾਵਾਂ ਸੀਗੀਆਂ, ਉਹਨਾਂ ਦੇ ਮੈਂਬਰਾਂ ਦੁਆਰਾ ਚੁਣੇ ਗਏ। ਕਿੰਨੇ ਮੈਂਬਰ ਚੁਣੇ ਗਏ ਉਹਨਾਂ ਦੁਆਰਾ? ਰਾਜਾਂ ਦੀਆਂ ਵਿਧਾਨ ਪਾਲਿਕਾਵਾਂ ਦੁਆਰਾ 292 ਮੈਂਬਰ ਚੁਣੇ ਗਏ। 93 ਮੈਂਬਰ ਆ ਜਿਹੜੇ, ਉਹ ਦੇਸੀ ਰਿਆਸਤਾਂ ਵੱਲੋਂ ਨਾਮਜ਼ਦ ਕੀਤੇ ਗਏ ਤੇ ਜਿਹੜੇ 4 ਮੈਂਬਰ ਸੀ, ਉਹ ਚੀਫ ਕਮਿਸ਼ਨਰ ਖੇਤਰਾਂ ਵਿੱਚੋਂ ਲਏ ਗਏ। ਤਾਂ ਕੁੱਲ ਕਿੰਨੇ ਹੋ ਗਏ? 399 ਮੈਂਬਰ। ਇਹਨਾਂ ਸੀਟਾਂ ਦੀ ਜਿਹੜੀ ਵੰਡ ਸੀਗੀ, ਸਮਾਜ ਦੇ 3 ਵਰਗ ਸੀਗੇ ਆਪਣੇ, ਮੁਸਲਿਮ, ਸਿੱਖ ਤੇ ਜਨਰਲ ਵਿੱਚ ਕੀਤੀ ਗਈ, ਕਿਉਂ ਘੱਟ ਗਿਣਤੀਆਂ ਸੀਗੀਆਂ, ਮੁਸਲਿਮ ਵੀ ਤੇ ਸਿੱਖ ਵੀ। ਇਹਨਾਂ ਸੀਟਾਂ ਦੀ ਵੰਡ ਆਬਾਦੀ ਦੇ ਆਧਾਰ ਤੇ ਕੀਤੀ ਗਈ ਤੇ ਇੱਕ ਸੀਟ ਕਿੰਨੇ ਲੋਕਾਂ ਮਗਰ ਆਈ? 10 ਲੱਖ ਦੀ ਆਬਾਦੀ ਮਗਰ ਇੱਕ ਸੀਟ ਬਣਾਈ ਗਈ। ਹੁਣ ਸੰਵਿਧਾਨ ਸਭਾ ਜਿਹੜੀ ਆਪਣੇ ਸੰਵਿਧਾਨ ਬਣਾਉਣ ਦੇ ਲਈ ਬਣੀ, ਉਹਦਾ ਪ੍ਰਧਾਨ ਕਿਹਨੂੰ ਬਣਾਇਆ ਗਿਆ? ਡਾਕਟਰ ਰਾਜਿੰਦਰ ਪ੍ਰਸਾਦ। ਕਿਹਨੂੰ ਬਣਾਇਆ ਗਿਆ ਬੇਟਾ? ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ, ਜਿਹੜੇ ਕਿ ਬਾਅਦ ਵਿੱਚ ਆਪਣੇ ਰਾਸ਼ਟਰਪਤੀ ਬਣੇ ਸੀ। ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਨੂੰ ਸੰਵਿਧਾਨ ਦਾ ਮਸੌਦਾ ਲਿਖਣ ਦੇ ਲਈ ਜਿਹੜੀ ਕਮੇਟੀ ਬਣੀ ਸੀ, ਉਹਦਾ ਪ੍ਰਧਾਨ ਉਹਨਾਂ ਨੂੰ ਚੁਣਿਆ ਗਿਆ। ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸੀ? ਸੰਵਿਧਾਨ ਬਣਾਉਣ ਵਾਲੀ ਸਭਾ ਦੇ ਪ੍ਰਧਾਨ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਤੇ
ਸੰਵਿਧਾਨ ਦਾ ਮਸੌਦਾ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਦਕਰ। 3 ਜੂਨ 1947 ਨੂੰ ਲਾਰਡ ਮਾਊਂਟਬੈਟਨ ਦੀ ਯੋਜਨਾ ਅਨੁਸਾਰ ਭਾਰਤ ਦੀ ਵੰਡ ਹੋ ਗਈ। ਘੋਸ਼ਣਾ ਹੋ ਗਈ ਵੀ ਭਾਰਤ ਦੇ 2 ਟੋਟੇ ਹੋਣੇ, ਇੱਕ ਆਪਣਾ ਭਾਰਤ ਤੇ ਇੱਕ ਆਪਣੇ ਵਿੱਚੋਂ ਹੀ ਪਾਕਿਸਤਾਨ। ਹੁਣ ਜਦੋਂ ਪਾਕਿਸਤਾਨ ਵੱਖਰਾ ਦੇਸ਼ ਬਣਨਾ ਸੀ ਤਾਂ ਉਹਦੇ ਲਈ ਸੰਵਿਧਾਨ ਸਭਾ ਦੀ ਵੀ ਵੱਖਰੀ ਘੋਸ਼ਣਾ ਕਰਨੀ ਪੈਣੀ ਸੀ। ਤਾਂ ਉੱਥੇ ਕਿਹੜੇ ਮੈਂਬਰ ਲਏ ਜਾਣੇ ਸੀ? ਇੱਕ ਤਾਂ ਜਿਹੜਾ ਇਲਾਕਾ ਆਪਣੇ ਵਿੱਚੋਂ ਪਾਕਿਸਤਾਨ ਨੂੰ ਦਿੱਤਾ ਗਿਆ ਉਹ ਕਿਹੜਾ ਸੀ? ਪੱਛਮੀ ਪੰਜਾਬ, ਪੰਜਾਬ ਦਾ ਵੀ ਹਿੱਸਾ ਉੱਧਰ ਗਿਆ, ਤੁਹਾਨੂੰ ਪਤਾ ਹੀ ਹੈ। ਪੂਰਬੀ ਬੰਗਾਲ ਜਿਹੜਾ ਬੰਗਲਾਦੇਸ਼ ਬਣਿਆ, ਸਿੰਧ ਪ੍ਰਾਂਤ, ਬਲੋਚਿਸਤਾਨ ਤੇ ਅਸਾਮ ਦਾ ਸਿਲਹਟ ਜ਼ਿਲ੍ਹਾ, ਇਹ ਪਾਕਿਸਤਾਨ ਦੇ ਹਿੱਸੇ ਚਲੇ ਗਏ। ਤਾਂ ਫਿਰ ਕੀ ਹੋਇਆ? ਵੰਡ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਮੈਂਬਰ ਸੀਗੇ ਉਹ ਉੱਧਰ ਚਲੇ ਗਏ। ਤਾਂ ਭਾਰਤੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਰਹੇਗੀ? 299 ਮੈਂਬਰ ਰਹਿ ਗਏ। ਕਿੰਨੇ ਉੱਧਰ ਚਲੇ ਗਏ? 90 ਮੈਂਬਰ ਪਾਕਿਸਤਾਨ ਦੀ ਸੰਵਿਧਾਨ ਸਭਾ ਦੇ ਵਿੱਚ ਚਲੇ ਗਏ। ਆਪਣੇ ਮੈਂਬਰ ਕਿੰਨੇ ਰਹਿ ਗਏ? 299। 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਕਰ ਲਏ ਤੇ ਸੰਵਿਧਾਨ ਸਭਾ ਨੇ ਇਸ ਨੂੰ ਪ੍ਰਵਾਨ ਕਰ ਲਿਆ। ਪਰ ਹੁਣ ਤੁਸੀਂ ਦੇਖੋ, ਤਿਆਰ ਤਾਂ ਸਭ ਕੁਝ 26 ਨਵੰਬਰ 1949 ਨੂੰ ਹੋ ਗਿਆ, ਪਰ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਲਾਗੂ ਨਹੀਂ ਹੋਇਆ। ਸਾਡਾ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ। ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਕਿਉਂ? ਕਿਉਂਕਿ 26 ਜਨਵਰੀ ਦੀ ਮਿਤੀ ਇਤਿਹਾਸਕ ਮਹੱਤਵ ਰੱਖਦੀ ਹੈ, ਕਿਉਂਕਿ 1930 ਦੇ ਵਿੱਚ ਅਸੀਂ ਪੂਰਨ ਆਜ਼ਾਦੀ ਦਾ ਜਿਹੜਾ ਮਤਾ ਪਾਇਆ ਸੀ। ਇਸ ਕਰਕੇ ਅਸੀਂ 26 ਜਨਵਰੀ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦੇ ਆ ਰਹੇ ਸੀ। ਇਸ ਕਰਕੇ ਉਸ ਤਰੀਕ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਸੰਵਿਧਾਨ 26 ਜਨਵਰੀ 1950 ਤੋਂ ਲਾਗੂ ਕੀਤਾ ਗਿਆ। ਦੁਨੀਆ ਦੇ ਬੜੇ ਦੇਸ਼ ਸੀ ਬੇਟਾ ਜਿਨ੍ਹਾਂ ਨੂੰ ਆਜ਼ਾਦੀ ਦੇ ਲਈ ਸੰਘਰਸ਼ ਕਰਨਾ ਪਿਆ, ਇਕੱਲੇ ਆਪਾਂ ਨਹੀਂ ਸੀ। ਜਦੋਂ ਆਪਾਂ ਨੂੰ ਆਜ਼ਾਦੀ ਮਿਲੀ, ਆਪਾਂ ਨੂੰ ਦੇਖ ਕੇ ਤਾਂ ਬੜੇ ਦੇਸ਼ਾਂ ਨੇ ਸੁਤੰਤਰਤਾ ਲਈ ਜ਼ੋਰ ਲਾਇਆ, ਆਜ਼ਾਦੀ ਵੀ ਲਈ ਆਪਣੇ ਤੋਂ ਬਾਅਦ। ਆਪਾਂ ਲੋਕਾਂ ਲਈ ਉਦਾਹਰਨ ਬਣੇ। ਸੁਤੰਤਰਤਾ, ਸਮਾਨਤਾ, ਅਧਿਕਾਰਾਂ ਦੇ ਲਈ ਦੁਨੀਆ ਦੇ ਬੜੇ ਦੇਸ਼ ਬੜਾ ਲੰਬਾ ਸਮਾਂ ਲੜੇ। ਇਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਦੱਖਣੀ ਅਫਰੀਕਾ ਦੇ ਵਿੱਚ ਉੱਥੇ ਗੋਰੇ ਲੋਕ ਸੀ ਜਿਹੜੇ ਉਹ ਕਾਲਿਆਂ ਨਾਲ ਭੇਦਭਾਵ ਕਰਦੇ ਸੀ ਤੇ ਉਹਨਾਂ ਦੀ ਜ਼ਿੰਦਗੀ ਔਖੀ ਬਹੁਤ ਸੀ। ਹਰ ਸਟੇਜ ਤੇ ਉਹਨਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦਾ ਆਗੂ ਸੀ ਨੈਲਸਨ ਮੰਡੇਲਾ। ਉਹਨੇ ਇਸ ਸੰਘਰਸ਼ ਦੀ ਅਗਵਾਈ ਕੀਤੀ ਸੀ ਕਿ ਇਹ ਭੇਦਭਾਵ ਖਤਮ ਹੋਣਾ ਚਾਹੀਦਾ ਹੈ ਤੇ ਉਹਨੂੰ ਇਸ ਬਦਲੇ 28 ਸਾਲ ਜੇਲ੍ਹ ਦੇ ਵਿੱਚ ਗੁਜ਼ਾਰਨੇ ਪਏ। 28 ਸਾਲ ਜੇਲ੍ਹ ਦੇ ਵਿੱਚ ਰਹੇ ਉਹ। ਜਦੋਂ ਜੇਲ੍ਹ ਚੋਂ ਬਾਹਰ ਆਏ, ਚੋਣਾਂ ਹੋਈਆਂ ਤਾਂ ਉਹ ਜਿੱਤੇ ਤੇ ਦੇਸ਼ ਦੇ ਰਾਸ਼ਟਰਪਤੀ ਬਣੇ। 1994 ਤੋਂ ਲੈ ਕੇ 1999 ਤੱਕ ਦਾ 5 ਸਾਲ ਦਾ ਕਾਰਜਕਾਲ ਉਹ ਰਾਸ਼ਟਰਪਤੀ ਰਹੇ। ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਸੀ, ਪਹਿਲੇ ਉਹ ਕਾਲੇ ਰੰਗ ਦੇ ਰਾਸ਼ਟਰਪਤੀ ਸੀ ਦੱਖਣੀ ਅਫਰੀਕਾ ਦੇ ਵਿੱਚ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ, ਨਹੀਂ ਤਾਂ ਗੋਰਿਆਂ ਕੋਲ ਹੀ ਕੰਮ ਸੀ ਇਹ। ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਸੰਵਿਧਾਨ ਬਣਾਉਣ ਦੇ ਲਈ ਬੜੀਆਂ ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਡਾਕਟਰ BR ਅੰਬੇਦਕਰ, ਮਤਲਬ ਡਾਕਟਰ ਭੀਮ ਰਾਓ ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਆਚਾਰੀਆ JB कृपलानी, TT ਕ੍ਰਿਸ਼ਮਾਚਾਰੀ, ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਇਹਨਾਂ ਨੇ। ਪਰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ, ਦੱਸ ਸਕਦੇ ਹੋ? ਭਾਰਤੀ ਸੰਵਿਧਾਨ ਦਾ ਪਿਤਾਮਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਹੀ ਕਿਹਾ ਜਾਂਦਾ ਹੈ।
ਹੁਣ ਆਪਾਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬਾਰੇ, ਜਿਹੜੀ ਕਿ ਸਾਨੂੰ ਇਹ ਦੱਸਦੀ ਹੈ ਕਿ ਸੰਵਿਧਾਨ ਦੇ ਉਦੇਸ਼ ਸਿਧਾਂਤ ਕੀ ਨੇ। ਪ੍ਰਸਤਾਵਨਾ ਨੂੰ ਪੜ੍ਹ ਕੇ ਸੰਵਿਧਾਨ ਦੇ ਸਿਧਾਂਤਾਂ ਉਦੇਸ਼ਾਂ ਦਾ ਜਿਹੜਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੀ ਹੈ ਪ੍ਰਸਤਾਵਨਾ? ਇਹਦੇ ਵਰਡ ਜਿਹੜੇ ਹੈ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਪ੍ਰਸ਼ਨ ਤੁਹਾਡੇ ਤੇ ਬਣ ਸਕਦਾ ਹੈ, ਤੁਸੀਂ ਉੱਤਰ ਦੇਣਾ ਉਹਦਾ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਇਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਉਣ, ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤੀਸ਼ਠਤਾ ਦੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਾਉਣ ਲਈ ਅਤੇ ਉਹਨਾਂ ਸਭਨਾਂ ਵਿੱਚ ਵਿਅਕਤੀ ਦੀ ਗੌਰਵਤਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨ ਲਈ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਨੂੰ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ, ਅਧਿਨਿਯਮਤ ਅਤੇ ਆਤਮ ਸਮਰਪਣ ਕਰਦੇ ਹਾਂ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕੀ ਦੱਸਦੀ ਹੈ? ਸਾਡੇ ਪ੍ਰਭੂਸੱਤਾ ਸੰਪੰਨ ਵੀ ਸਾਰੀ ਸ਼ਕਤੀ ਸਾਡੇ ਕੋਲੇ ਆ, ਅਸੀਂ ਕਿਸੇ ਦੇ ਗੁਲਾਮ ਨਹੀਂ ਹੈ। ਲੋਕਤੰਤਰੀ ਲੋਕਾਂ ਦਾ ਰਾਜ ਹੈ। ਗਣਰਾਜ ਸਾਡੇ ਦੇਸ਼ ਦਾ ਮੁਖੀ ਚੁਣਿਆ ਹੋਇਆ ਹੈ। ਧਰਮ ਨਿਰਪੱਖ, ਕਿਸੇ ਵੀ ਧਰਮ ਨਾਲ ਕੋਈ ਭੇਦਭਾਵ ਨਹੀਂ। ਸਮਾਜਵਾਦ, ਸਮਾਜ ਦੇ ਸਾਰੇ ਵਰਗਾਂ ਲਈ ਕੰਮ ਹੋ ਰਿਹਾ ਹੈ। ਨਿਆਂ, ਕਿਸੇ ਨਾਲ ਜਾਤ ਪਾਤ, ਧਰਮ, ਲਿੰਗ, ਨਸਲ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ। ਸਮਾਜਿਕ ਤੌਰ ਤੇ ਬਰਾਬਰ ਨੇ, ਕੋਈ ਜਾਤ ਪਾਤ ਨਹੀਂ। ਆਰਥਿਕ ਅਮੀਰ ਗਰੀਬ ਦਾ ਅੰਤਰ ਘੱਟ ਕਰਨਾ, ਰਾਜਨੀਤਿਕ ਆਜ਼ਾਦੀ, ਹਰੇਕ ਨੂੰ ਵੋਟ ਪਾਉਣ ਦਾ, ਵੋਟਾਂ ਦੇ ਸਮੇਂ ਚੋਣਾਂ ਲੜਨ ਦਾ ਅਧਿਕਾਰ, ਸੁਤੰਤਰਤਾ, ਵਿਚਾਰ ਪ੍ਰਗਟਾਉਣ ਦੀ, ਸੋਚਣ ਦੀ ਆਜ਼ਾਦੀ, ਵਿਸ਼ਵਾਸ ਤੇ ਉਪਾਸਨਾ, ਕਿਸੇ ਨੂੰ ਵੀ ਪਾਠ ਪੂਜਾ ਕਰਨ ਦੀ, ਧਰਮ ਦੀ ਆਜ਼ਾਦੀ, ਪਦਵੀਆਂ ਦੇ ਮੌਕੇ ਦੀ ਸਮਾਨਤਾ, ਵੀ ਕਿਸੇ ਨਾਲ ਕੋਈ ਭੇਦਭਾਵ ਨਹੀਂ, ਭਾਈਚਾਰਾ, ਆਪਸੀ ਮਿਲਜੁਲ ਤੇ ਵਿਅਕਤੀ ਦਾ ਗੌਰਵ ਨੂੰ ਵਧਾਉਣ ਵਾਲਾ, ਰਾਸ਼ਟਰੀ ਏਕਤਾ, ਦੇਸ਼ ਇੱਕ ਹੈ, ਅਖੰਡਤਾ, ਇਹਦੇ ਕਦੇ ਟੋਟੇ ਨਹੀਂ ਹੋਣ ਦੇਣੇ, ਆਪਸੀ ਮਿਲ ਜੁਲ ਕੇ ਭਾਈਚਾਰੇ ਨੂੰ ਕਾਇਮ ਰੱਖਣਾ, ਇਹ ਪ੍ਰਸਤਾਵਨਾ ਸਾਡੀ ਦਰਸਾਉਂਦੀ ਹੈ। ਇਹਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ 3 ਸ਼ਬਦ ਆ ਜਿਹੜੇ ਸਮਾਜਵਾਦ, ਧਰਮ ਨਿਰਪੱਖਤਾ ਅਤੇ ਅਖੰਡਤਾ, ਇਹ ਬਾਅਦ ਵਿੱਚ ਸ਼ਾਮਲ ਕੀਤੇ ਗਏ ਨੇ। ਕਦੋਂ ਸ਼ਾਮਲ ਕੀਤੇ ਗਏ? 1976 ਈਸਵੀ ਵਿੱਚ। ਕਿਹੜੀ ਸੋਧ ਦੁਆਰਾ? 42ਵੀਂ ਸੋਧ ਦੁਆਰਾ। ਸੰਵਿਧਾਨ ਦੇ ਵਿੱਚ ਸੋਧਾਂ ਹੋਈਆਂ, ਉਹਦੇ ਬਾਰੇ ਆਪਾਂ ਅੱਗੇ ਪੜਾਂਗੇ। ਇਹ 42ਵੀਂ ਸੋਧ 1976 ਈਸਵੀ ਦੇ ਵਿੱਚ ਹੋਈ ਸੀਗੀ। ਉਦੋਂ ਇਹਦੇ ਵਿੱਚ 3 ਸ਼ਬਦ ਆ ਜਿਹੜੇ ਉਹ ਜੋੜੇ ਗਏ ਨੇ। ਇਹ ਹੈ ਆਪਣੀ ਸੰਵਿਧਾਨ ਬਾਰੇ, ਪ੍ਰਸਤਾਵਨਾ ਬਾਰੇ ਜਾਣਕਾਰੀ। ਇਹਦੇ ਵਿੱਚ ਆਉਣ ਵਾਲੇ ਪ੍ਰਸ਼ਨਾਂ ਨੂੰ ਤੁਸੀਂ ਬੜੇ ਧਿਆਨ ਨਾਲ ਸਮਝਣਾ ਕਿ ਉਹ ਨਿਯਮ ਜਿਨ੍ਹਾਂ ਦੇ ਆਧਾਰ ਤੇ ਕੋਈ ਰਾਜ ਦਾ ਪ੍ਰਬੰਧ ਚਲਾਇਆ ਜਾਂਦਾ ਹੈ ਉਹਨੂੰ ਸੰਵਿਧਾਨ ਕਹਿੰਦੇ ਆ। ਅਸੀਂ 15 ਅਗਸਤ 1947 ਨੂੰ ਆਜ਼ਾਦ ਹੋਏ ਹਾਂ। ਸਾਡੇ ਸੰਵਿਧਾਨ ਨੂੰ ਬਣਾਉਣ ਦੇ ਲਈ ਸੰਵਿਧਾਨ ਸਭਾ ਬਣਾਈ ਗਈ। ਸੰਵਿਧਾਨ ਬਣਾਉਣ ਦਾ ਕੰਮ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ। ਸੰਵਿਧਾਨ ਬਣਾਉਣ ਦੇ ਲਈ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ। ਸੰਵਿਧਾਨ ਸਭਾ ਦੀ ਮੰਗ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ 1935 ਦੇ ਵਿੱਚ ਉਠਾਈ ਸੀ। ਅੰਗਰੇਜ਼ਾਂ ਨੇ ਇਸ ਮੰਗ ਨੂੰ 1940 ਦੇ ਵਿੱਚ ਸਵੀਕਾਰ ਕੀਤਾ। 19 ਨਵੰਬਰ 1946 ਨੂੰ ਅਪ੍ਰਤੱਖ ਢੰਗ ਨਾਲ ਪ੍ਰਾਂਤਿਕ ਵਿਧਾਨ ਪਾਲਿਕਾਵਾਂ ਦੇ ਮੈਂਬਰਾਂ ਦੁਆਰਾ ਇਹਦੀ ਚੋਣ ਕੀਤੀ ਗਈ। ਸੰਵਿਧਾਨ ਸਭਾ ਦੀ 399 ਮੈਂਬਰ ਸਨ, ਜਿਨ੍ਹਾਂ ਦੇ ਵਿੱਚੋਂ ਜਦੋਂ ਪਾਕਿਸਤਾਨ ਬਣਿਆ
ਤਾਂ 90 ਮੈਂਬਰ ਉਧਰ ਚਲੇ ਗਏ, ਤਾਂ ਸਾਡੀ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਹੈਗੇ ਸੀ? 299। ਸਾਡਾ ਸੰਵਿਧਾਨ ਕਦੋਂ ਫਾਈਨਲ ਹੋ ਗਿਆ? ਦਸਤਖਤ ਕਦੋਂ ਹੋ ਗਏ? ਕਦੋਂ ਇਹਨੂੰ ਸੰਵਿਧਾਨ ਸਭਾ ਨੇ ਪ੍ਰਵਾਨ ਕਰ ਲਿਆ? 26 ਨਵੰਬਰ 1949। ਪਰ ਲਾਗੂ ਕਦੋਂ ਹੋਇਆ? 26 ਜਨਵਰੀ 1950 ਨੂੰ। ਕਿਉਂ? ਕਿਉਂਕਿ 1930 ਦੇ ਵਿੱਚ ਅਸੀਂ ਆਪਦੇ ਆਪ ਨੂੰ ਆਜ਼ਾਦ ਘੋਸ਼ਿਤ ਕੀਤਾ ਸੀ। ਕਿੰਨੀ ਤਰੀਕ ਸੀ ਉਦੋਂ? 26 ਜਨਵਰੀ। ਇਸ ਕਰਕੇ ਉਸ ਤਰੀਕ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਇੱਕ ਤੁਹਾਨੂੰ ਮੈਂ ਦੱਸਿਆ ਸੀ ਨੈਲਸਨ ਮੰਡੇਲਾ ਬਾਰੇ। ਉਹ ਕਿੱਥੋਂ ਦੇ ਰਾਸ਼ਟਰਪਤੀ ਬਣੇ ਸੀ? ਦੱਖਣੀ ਅਫਰੀਕਾ ਦੇ। ਕਦੋਂ ਬਣੇ ਸੀ? 1994 ਤੋਂ ਲੈ ਕੇ 1999 ਤੱਕ 5 ਸਾਲ ਦੀ। ਕੀ ਵਿਲੱਖਣਤਾ ਸੀ ਇੱਥੇ? ਕਿ ਉਹ ਪਹਿਲੇ ਬਲੈਕ ਕਲਰ ਦੇ, ਕਾਲੇ ਰੰਗ ਦੇ ਉਹ ਵਿਅਕਤੀ ਸਨ ਜਿਹੜੇ ਰਾਸ਼ਟਰਪਤੀ ਬਣੇ। ਨਹੀਂ ਤਾਂ ਉੱਥੇ ਗੋਰਿਆਂ ਦੀ ਵਾਰੀ ਸੀ, ਰੰਗ ਤੇ ਭੇਦਭਾਵ ਹੁੰਦਾ ਰਿਹਾ। ਨੋਬਲ ਪ੍ਰਾਈਜ਼ ਉਹਨਾਂ ਨੂੰ ਮਿਲਿਆ। ਸੰਵਿਧਾਨ ਦੀ ਪ੍ਰਸਤਾਵਨਾ ਆਪਾਂ ਪੜ੍ਹੀ ਹੈ। ਇਹਦੇ ਵਿੱਚ 3 ਸ਼ਬਦ ਆ ਜਿਹੜੇ ਇਹ ਪ੍ਰਸ਼ਨ ਆ ਜਾਂਦਾ ਹੈ ਵੀ ਕਦੋਂ ਸ਼ਾਮਲ ਹੋਏ? 1976 ਦੇ ਵਿੱਚ। ਕਿਹੜੀ ਸੋਧ ਰਾਹੀਂ ਸ਼ਾਮਲ ਹੋਏ? 42ਵੀਂ ਸੋਧ ਦੁਆਰਾ। ਕਿਹੜੇ ਕਿਹੜੇ ਸ਼ਬਦ ਸੀ ਇਹ? ਸਮਾਜਵਾਦ, ਧਰਮ ਨਿਰਪੱਖਤਾ ਅਤੇ ਅਖੰਡਤਾ। ਠੀਕ ਹੈ ਬੇਟਾ, ਇਹਦੇ ਨਾਲ ਹੀ ਆਪਣਾ ਇਹ ਲੈਸਨ ਖਤਮ ਹੁੰਦਾ ਹੈ। ਤੁਸੀਂ ਇਹਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ। ਇਹਦੇ ਵਿੱਚ ਆਉਣ ਵਾਲੇ ਪ੍ਰਸ਼ਨਾਂ ਨੂੰ ਧਿਆਨ ਨਾਲ ਸਿੱਖਣਾ ਹੈ। ਧੰਨਵਾਦ।